कैबिनेट मंत्रियों ने एक इशू चक्या सीगा भी ਉਹਦੇ ਤੇ कार्रवाई होनी चाहिए है, बड़े सेंसिटिवली इस इशू ਨੂੰ ਲੈਣਾ ਚਾਹੀਦਾ है। अगर कोई धमकी वाली कोई गल हुई है, मैं पहला भी कहता रहा बड़ी मंदभागी है, होनी नहीं चाहिए। प्रगट सिंह जी बड़े बेदाग, बड़े सीनियर और एक यूथ दे, हिंदुस्तान की यूथ के आइडियल ने। डिसिपलिन बकायदा तौर पर छोटा या वड्डा सारिਆਂ वास्ते ਇੱਕੋ ਜਿਹਾ ਹੋਣਾ ਚਾਹੀਦਾ, ਸਾਰਿਆਂ ਤੇ ਇਨਫੋਰਸ ਹੋਣਾ ਚਾਹੀਦਾ। ਜਿਨ੍ਹਾਂ ਨੂੰ ਲੱਗਦਾ ਵੀ ਕੋਈ ਸੁਣਵਾਈ ਨਹੀਂ ਤਾਂ ਦਿੱਲੀ ਬੈਠੀ ਹੈ, ਸਾਡੀ ਹਾਈ ਕਮਾਂਡ ਬੈਠੀ ਹੈ ਉੱਥੇ ਉਹਨਾਂ ਨੂੰ ਅਪਰੋਚ ਕਰਨਾ ਚਾਹੀਦਾ, ਚੀਜ਼ਾਂ ਨੂੰ ਠੀਕ ਕਰਵਾਉਣਾ ਚਾਹੀਦਾ। ਤੇ ਪਰ ਪਬਲਿਕਲੀ ਇਸ ਤਰੀਕੇ ਦਾ ਖਿਲਾਰਾ ਪੈਣਾ ਅੱਛੀ ਗੱਲ ਨਹੀਂ। ਹਾਈ ਕਮਾਂਡ ਨੇ ਕੋਈ ਇੰਟਰਫੇਰੈਂਸ ਨਹੀਂ ਕੀਤਾ ਲੰਬੇ ਸਮੇਂ ਤੋਂ। ਹਾਈ ਕਮਾਂਡ ਕੀ ਕਰ ਰਿਹਾ, ਲੋਕ ਇਹ ਵੀ ਕਰ ਰਹੇ ਨੇ ਸਵਾਲ। ਮਸਲੇ ਨੂੰ ਸੁਲਝਾਉਣਾ ਚਾਹੀਦਾ ਕਿਉਂਕਿ ਮੁੱਦੇ ਤਾਂ ਹੋਰ ਵੀ ਬਹੁਤ ਸਾਰੇ ਮੁੱਦਿਆਂ ਤੇ ਕੰਮ ਹੋਣ ਵਾਲਾ। ਇਸੇ ਚੀਜ਼ ਦੇ ਵਿੱਚ ਸਰਕਾਰ ਉਲਝ ਕੇ ਰਹਿ ਗਈ ਤੇ ਵੀਡੀਓ ਕਾਨਫਰੰਸ ਤੇ ਗੱਲਾਂ ਹੋਰ ਜ਼ਿਆਦਾ ਵਿਗੜਨ ਦੀ ਉਮੀਦ ਰਹਿੰਦੀ ਹੈ ਕਿ ਕਿਤੇ ਲੀਕੇਜ, ਕਿਤੇ ਇੰਟੈਂਸ਼ਨਲੀ ਲੀਕੇਜ ਹੋ ਜਾਂਦੀ ਹੈ, ਕਿਤੇ ਬੰਦਾ ਚਾਹੁੰਦਾ ਵੀ ਨਹੀਂ ਹੁੰਦਾ, ਗੱਲਾਂ ਬਾਹਰ ਨਿਕਲ ਜਾਂਦੀਆਂ। ਮੋਦੀਆਂ ਨੂੰ ਲੱਗਦਾ ਨਹੀਂ ਕਿ ਹੋਰ ਮੌਕਾ ਮਿਲ ਗਿਆ ਅਕਾਲੀ ਦਲ ਜਾਂ ਦੂਸਰੇ ਜਿੰਨੇ ਵੀ ਧੜੇ ਨੇ, ਆਮ ਆਦਮੀ ਪਾਰਟੀ ਵੀ ਹੈ, ਔਰ ਲਗਾਤਾਰ ਅਟੈਕ ਕਰਦੇ ਨਜ਼ਰ ਆ ਰਹੇ ਨੇ। ਉਹ ਕਹਿੰਦੇ ਕਿ ਕੀਤਾ ਕੁਛ ਨਹੀਂ, ਇਸੇ ਕਰਕੇ ਹੁਣ ਆਪਦੇ ਵੀ ਬਾਗੀ ਹੋ ਗਏ। ਇਹਦੇ 'ਚ ਕੋਈ ਦੋ ਰਹਿ ਨਹੀਂ। ਤੁਸੀਂ ਦੇਖੋ ਕਿੰਨੀ ਤੇਜ਼ੀ ਨਾਲ ਦੋ ਤਿੰਨ ਨਵੀਆਂ SITs ਬਣੀਆਂ ਤੇ ਕਿੰਨੀ ਤੇਜ਼ੀ ਨਾਲ ਕੰਮ ਸ਼ੁਰੂ ਹੋ ਗਿਆ। ਜੋ CM ਸਾਹਿਬ ਸਵੇਰ ਤੋਂ ਸ਼ਾਮ ਤੱਕ ਕੋਵਿਡ ਲਈ ਕੰਮ ਕਰ ਰਹੇ ਪੰਜਾਬ ਔਰ ਉਹਦੀ ਜਨਤਾ ਲਈ ਕਾਬਲੇ ਤਾਰੀਫ ਹੈ। ਉਹ ਤਾਂ ਇਹੀ ਕਹਿੰਦੇ ਜਾ ਰਹੇ ਆ ਵੀ ਇਸ ਮੌਕੇ ਤੇ ਸਾਰੇ ਮੰਤਰੀਆਂ ਨੂੰ ਪੰਜਾਬ ਦੀ ਜਨਤਾ ਵੱਲ ਧਿਆਨ ਦੇਣਾ ਚਾਹੀਦਾ, ਜਿਹੜੀ ਸਾਡੀ ਪਹਿਲੀ ਪ੍ਰਾਥਮਿਕਤਾ, ਪਹਿਲੀ ਡਿਊਟੀ ਹੈ। CBI ਤੋਂ ਕੇਸ ਵਾਪਸ ਲੈਣਾ, ਇਹ ਵੀ ਸਟੇਟ ਗਵਰਨਮੈਂਟ ਦੀ ਇੱਕ ਉਪਲਬਧੀ ਰਹੀ। ਉਹਨੇ 2-3 ਸਾਲ ਕੇਸ ਉਲਝਾ ਕੇ ਹੀ ਰੱਖਿਆ ਕਿਉਂਕਿ ਭਾਈਵਾਲ ਸਰਕਾਰ ਸੀਗੀ। ਕਿਹਾ ਜਾ ਰਿਹਾ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲ ਰਹੇ ਨੇ ਉਹਨਾਂ ਦੀਆਂ ਫਾਈਲਾਂ ਖੁੱਲ ਰਹੀਆਂ ਨੇ। ਉਸ ਦੀ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਫਾਈਲ ਓਪਨ ਹੋ ਗਈ ਹੈ, ਜੋ ਮਹਿਲਾ ਨੂੰ ਕੋਈ ਮੈਸੇਜ ਭੇਜੇ ਗਏ ਸੀ 3 ਸਾਲ ਪਹਿਲਾਂ ਦਾ ਇਸ਼ੂ। ਚਰਨਜੀਤ ਚੰਨੀ ਉਹਨਾਂ ਨੇ ਕਦੀ CM ਦੇ ਖਿਲਾਫ ਕੁਝ ਨਹੀਂ ਬੋਲਿਆ। ਇੱਕ ਇਸ਼ੂ ਹੈ, ਉਹਦੇ ਤੇ ਗੱਲ ਕੀਤੀ ਹੈ ਕਿ ਉਹ ਕਰਨਾ ਮੇਰਾ ਖਿਆਲ ਵਾਜਬ ਚੀਜ਼ ਹੈ। ਕਿਤੇ ਕੋਈ ਗੱਲਬਾਤ ਹੀ ਹੈ ਨਹੀਂ, ਉਹਦੇ ਬਾਰੇ ਦੁਬਾਰਾ ਕਰਕੇ ਕਿਸੇ ਦੀ ਵਧੀਆ ਜਿਹੜੀ ਇਮੇਜ ਬਣੀ ਹੋਈ ਹੈ ਉਹਨੂੰ ਖਰਾਬ ਕਰਨਾ, ਇਹ ਠੀਕ ਨਹੀਂ ਹੈ। ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਸਰਕਾਰ ਹੈ ਔਰ ਸਰਕਾਰ ਘਿਰੀ ਹੋਈ ਨਜ਼ਰ ਆ ਰਹੀ ਹੈ। ਬਗਾਨੇ ਤਾਂ ਲਗਾਤਾਰ ਘੇਰ ਰਹੇ ਸੀ, ਵਿਰੋਧੀ ਪਾਰਟੀਆਂ ਤਾਂ ਲਗਾਤਾਰ ਘੇਰ ਰਹੀਆਂ ਸੀ ਕਿ ਤੁਸੀਂ ਕੀਤਾ ਨਹੀਂ ਪੰਜਾਬ ਦੇ ਵਿੱਚ ਕੁਝ, ਜਿਹੜੇ ਵਾਅਦੇ ਤੁਸੀਂ ਕੀਤੇ ਸੀ ਉਹਨਾਂ ਮੁਤਾਬਕ ਕੰਮ ਨਹੀਂ ਹੋ ਪਾਇਆ। ਹੁਣ ਆਪਦੇ ਵੀ ਘੇਰਦੇ ਨਜ਼ਰ ਆ ਰਹੇ ਨੇ। ਪ੍ਰਗਟ ਸਿੰਘ ਹੁਣਾਂ ਨੇ ਵੱਡੇ ਇਲਜ਼ਾਮ ਲਾਏ ਨੇ। ਕੱਲ ਪ੍ਰਗਟ ਸਿੰਘ ਹੁਣਾਂ ਨੇ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਕਿਹਾ ਕਿ ਮੈਨੂੰ ਧਮਕਾਇਆ ਗਿਆ। ਕੈਪਟਨ ਸੰਦੀਪ ਸੰਧੂ ਹੁਣਾਂ ਨੇ ਫੋਨ ਕਰਕੇ ਕਿਹਾ। ਉਸ ਤੋਂ ਬਾਅਦ ਸੁਨੀਲ ਜਾਖੜ ਹੁਣਾਂ ਨੇ ਵੀ ਇਨਵੋਲਵਮੈਂਟ ਕੀਤੀ ਹੈ। ਚਰਨਜੀਤ ਸਿੰਘ ਚੰਨੀ ਹੁਣਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਪਰ ਉਹ ਕਿਸੇ ਕਾਰਨ ਕਰਕੇ ਰੱਦ ਕਰ ਦਿੱਤੀ। ਕਾਂਗਰਸ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਸਾਡੇ ਨਾਲ ਨੇ। ਗੱਲਬਾਤ ਕਰਦੇ ਹਾਂ ਕਿ ਕਾਂਗਰਸ ਦੇ ਵਿੱਚ ਚੱਲ ਕੀ ਰਿਹਾ। ਆਸ਼ੂ ਜੀ, ਚੱਲ ਕੀ ਰਿਹਾ ਕਾਂਗਰਸ ਦੇ ਵਿੱਚ? ਲੰਬੇ ਸਮੇਂ ਤੋਂ ਤੁਸੀਂ ਦੇਖ ਰਹੇ ਹੋ ਤਮਾਮ ਚੀਜ਼ਾਂ ਨੂੰ, ਪਰ ਜਿਹੜੇ ਹਾਲਾਤ ਹੁਣ ਲੱਗ ਰਹੇ ਨੇ ਕਾਂਗਰਸ ਦੇ ਠੀਕ ਨਹੀਂ ਲੱਗਦੇ। ਲੱਗਦਾ ਕਿ ਖਿਲਾਰਾ ਸਿਮਟ ਜੂਗਾ ਕਿ ਨਹੀਂ? ਬਿਲਕੁਲ ਸਿਮਟ ਜਾਊਗਾ। ਬੇਸਿਕਲੀ ਇਸ਼ੂ ਤਾਂ ਇੱਕੋ ਹੀ ਸੀਗਾ, ਜਿਹੜਾ ਬੇਅਦਬੀ ਦੇ ਇਸ਼ੂ ਤੇ ਜਿਹੜੀ IG ਕੁੰਵਰ ਪ੍ਰਤਾਪ ਦੀ ਰਿਪੋਰਟ ਦੇ ਉੱਤੇ ਜੋ ਹਾਈ ਕੋਰਟ ਦਾ ਫੈਸਲਾ ਆਇਆ ਸੀ, ਉਹਦੇ ਤੇ ਰਿਜ਼ੈਂਟਮੈਂਟ ਸੀਗੀ। ਉੱਤੇ ਲੋਕ ਜੋ ਪਬਲਿਕ ਓਪੀਨੀਅਨ ਵੀ ਹੈ ਪੰਜਾਬ ਦਾ, ਔਰ ਉਹਦੇ ਮੁਤਾਬਕ ਜਿਹੜੇ ਕੈਬਨਿਟ ਮੰਤਰੀਆਂ ਨੇ ਇੱਕ ਇਸ਼ੂ ਚੱਕਿਆ ਸੀਗਾ ਵੀ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ, ਬੜੇ ਸੈਂਸਿਟਿਵਲੀ ਇਸ ਇਸ਼ੂ ਨੂੰ ਲੈਣਾ ਚਾਹੀਦਾ ਹੈ। ਪਰ ਉਸ ਤੋਂ ਬਾਅਦ ਚੀਜ਼ਾਂ ਕੁਝ ਬਿਖਰਦੀਆਂ ਨਜ਼ਰ ਆ ਗਈਆਂ। ਹਾਈ ਕਮਾਂਡ ਨੇ ਇੰਟਰਵੀਨ ਕੀਤਾ ਹੈ, ਠੀਕ ਹੋ ਜਾਣਗੀਆਂ। ਅਗਰ ਕੋਈ ਧਮਕੀ ਵਾਲੀ ਕੋਈ ਗੱਲ ਹੋਈ ਹੈ, ਮੈਂ ਪਹਿਲਾਂ ਵੀ ਕਹਿੰਦਾ ਰਿਹਾ ਬੜੀ ਮੰਦਭਾਗੀ ਹੈ, ਹੋਣੀ ਨਹੀਂ ਚਾਹੀਦੀ। ਪ੍ਰਗਟ ਸਿੰਘ ਜੀ ਬੜੇ ਬੇਦਾਗ, ਬੜੇ ਸੀਨੀਅਰ ਔਰ ਇੱਕ ਯੂਥ ਦੇ, ਹਿੰਦੁਸਤਾਨ ਦੀ ਯੂਥ ਦੇ ਆਈਡੀਅਲ ਨੇ ਤੇ ਉਹਨਾਂ ਦਾ ਸਤਿਕਾਰ ਉਨਾ ਹੀ ਹੈ। ਪਾਰਟੀ 'ਚ ਵੀ ਬਾਹਰ ਲੋਕ ਵੀ ਬਹੁਤ ਸਤਿਕਾਰ ਕਰਦੇ ਹੈ। ਪਰ ਜੇ ਕੋਈ ਇਸ਼ੂਜ਼ ਚੱਕੇ ਗਏ ਹੈ ਤਾਂ ਉਹਨੂੰ ਇਸ਼ੂਜ਼ ਨੂੰ ਐਡਰੈਸ ਕਰਨਾ ਚਾਹੀਦਾ, ਇਸ ਤਰੀਕੇ ਹੋਣਾ ਨਹੀਂ ਚਾਹੀਦਾ। ਮੇਰਾ ਖਿਆਲ ਆਉਣ ਵਾਲੇ ਦਿਨਾਂ 'ਚ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ। ਪਰ ਨਾਲ ਦੀ ਨਾਲ ਇੱਕ ਗੱਲ ਹੋਰ ਵੀ ਹੈ, ਜਿਸ ਤਰੀਕੇ ਪਹਿਲਾਂ ਸਾਡਾ ਪ੍ਰੈਸ ਨੋਟ ਵੀ ਕਿਹਾ ਸੀਗਾ ਵੀ ਕੋਈ ਜੋ ਵੀ ਚੀਜ਼ਾਂ, ਜੋ ਇਸ਼ੂਜ਼ ਨੇ ਉਹ ਸਰਕਾਰ ਦੇ ਅੰਦਰ ਵੀ ਪਲੇਟਫਾਰਮ ਨੇ, ਪਾਰਟੀ ਦੇ ਅੰਦਰ ਵੀ ਪਲੇਟਫਾਰਮ ਨੇ, ਉਹਨਾਂ ਤੇ ਚੱਕੀਆਂ ਜਾਣੀਆਂ ਚਾਹੀਦੀਆਂ। ਡਿਸਿਪਲਿਨ ਬਕਾਇਦਾ ਤੌਰ ਤੇ ਛੋਟਾ ਜਾਂ ਵੱਡਾ ਸਾਰਿਆਂ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ, ਸਾਰਿਆਂ ਤੇ ਇਨਫੋਰਸ ਹੋਣਾ ਚਾਹੀਦਾ। ਜਿਨ੍ਹਾਂ ਦਾ ਕੋਈ ਇਸ਼ੂ ਨਹੀਂ ਐਡਰੈਸ ਹੋਇਆ ਇੱਥੇ, ਜੇ ਉਹਨਾਂ ਨੂੰ ਲੱਗਦਾ ਵੀ ਕੋਈ ਸੁਣਵਾਈ ਨਹੀਂ ਤਾਂ ਦਿੱਲੀ ਬੈਠੀ ਹੈ, ਸਾਡੀ ਹਾਈ ਕਮਾਂਡ ਬੈਠੀ ਹੈ ਉੱਥੇ ਉਹਨਾਂ ਨੂੰ ਅਪਰੋਚ ਕਰਨਾ ਚਾਹੀਦਾ, ਚੀਜ਼ਾਂ ਨੂੰ ਠੀਕ ਕਰਵਾਉਣਾ ਚਾਹੀਦਾ ਹੈ। ਤੇ ਪਰ ਪਬਲਿਕਲੀ
ਇਸ ਤਰੀਕੇ ਦਾ ਖਿਲਾਰਾ ਪੈਣਾ ਅੱਛੀ ਗੱਲ ਨਹੀਂ ਹੈ। ਔਰ ਪ੍ਰਗਟ ਸਿੰਘ ਹੁਣੀ ਕਹਿੰਦੇ ਕਿ ਅਸੀਂ ਲਗਾਤਾਰ ਅਪਰੋਚ ਵੀ ਕਰ ਰਹੇ ਸੀਗੇ ਔਰ ਕਾਂਗਰਸ ਦੇ ਇੱਕ ਆਗੂ ਛੱਡ ਕੇ ਵੀ ਚਲੇ ਗਏ। ਉਹ ਕਹਿੰਦੇ ਕਿ 2 ਸਾਲਾਂ ਤੋਂ ਕੈਪਟਨ ਸਾਹਿਬ ਨੇ ਮਿਲਣ ਦਾ ਹੀ ਸਮਾਂ ਨਹੀਂ ਦਿੱਤਾ ਸਾਨੂੰ। ਇਹੋ ਜਿਹੀਆਂ ਚੀਜ਼ਾਂ ਵੀ ਚਰਚਾਵਾਂ ਚੱਲ ਰਹੀਆਂ ਨੇ। ਉਹਨਾਂ ਨੇ ਖੁਦ ਕਿਹਾ ਕਿ ਮੈਂ ਪਾਰਟੀ ਇਸੇ ਕਰਕੇ ਛੱਡ ਰਿਹਾ। ਬੜੀ ਬੇਬੁਨਿਆਦ ਜੀ ਗੱਲ ਹੈ। ਪ੍ਰਗਟ ਸਿੰਘ ਜੀ ਤਾਂ ਤਕਰੀਬਨ ਹਰ 10-15 ਦਿਨ ਹੀ ਸੀਐਮ ਸਾਹਿਬ ਨਾਲ ਡਿਸਕਸ ਕਰਦੇ ਰਹਿੰਦੇ ਆ, ਸੁਝਾਅ ਦਿੰਦੇ ਰਹਿੰਦੇ ਆ, ਕਿਉਂਕਿ ਉਹਨਾਂ ਦੇ ਸੁਝਾਅ ਬੜੇ ਸੂਝ ਨਾਲ ਭਰੇ ਹੁੰਦੇ ਆ ਤੇ ਉਹਨਾਂ ਨੂੰ ਬਕਾਇਦਾ ਤੌਰ ਤੇ ਹੁਣ ਤਾਂ ਸੀਐਮ ਸਾਹਿਬ ਸਾਰੇ ਹੀ ਐਮਐਲਏਜ਼ ਨੂੰ ਔਰ ਸਾਰੇ ਲੀਡਰਸ ਨੂੰ ਮਿਲ ਕੇ ਹਟੇ ਆ। ਕੋਈ ਇਹੋ ਜਿਹੀ ਰਿਜ਼ੈਂਟਮੈਂਟ ਨਹੀਂ। ਕੋਈ ਜੇ ਬੰਦਾ ਕਿਤੇ ਨਾਰਾਜ਼ ਹੋ ਕੇ ਜਾ ਰਿਹਾ ਉਹ ਉਹਦੀ ਪਾਰਟੀ 'ਚ ਆਪਣੀ ਪੋਲੀਟੀਕਲ ਐਂਬੀਸ਼ਨਸ ਕਰਕੇ ਕਿਤੇ ਜਾਂਦਾ। ਪਾਰਟੀ ਦੇ ਵਿੱਚ ਡੈਮੋਕ੍ਰੇਸੀ ਸਭ ਤੋਂ ਜ਼ਿਆਦਾ, ਉਹਦਾ ਨਤੀਜਾ ਵੀ ਡੈਮੋਕ੍ਰੇਸੀ ਇੰਨੀ ਵੱਧ ਗਈ, ਪਬਲਿਕਲੀ ਆ ਗਈ ਬਾਹਰ, ਹਰੇਕ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ। ਔਰ ਮੇਰਾ ਜਿਹੜਾ ਜਿੱਥੋਂ ਤੱਕ 3 ਸਾਲ ਦਾ ਕੈਬਨਿਟ ਦਾ ਤਜਰਬਾ ਹੈ, ਸਾਡੇ ਸੀਐਮ ਕੈਪਟਨ ਅਮਰਿੰਦਰ ਸਿੰਘ ਜੀ ਇੰਨੇ ਡੈਮੋਕ੍ਰੈਟਿਕ ਨੇ। ਅਗਰ ਕੋਈ ਵਜ਼ੀਰ ਕਿਸੇ ਵੀ ਇਸ਼ੂ ਤੇ, ਕਿਸੇ ਪਾਲਿਸੀ ਤੇ ਕੋਈ ਆਪਣੇ ਉਲਟ ਵਿਚਾਰ ਦਿੰਦਾ, ਉਹ ਬਕਾਇਦਾ ਤੌਰ ਤੇ ਸੁਣੇ ਜਾਂਦੇ ਆ। ਔਰ ਮੈਂ ਦੇਖਿਆ ਆਮ ਤੌਰ ਤੇ ਉਹ ਇਸ਼ੂ ਪੈਂਡਿੰਗ ਹੁੰਦੇ ਆ, ਉਹਨਾਂ ਨੂੰ ਦੁਬਾਰਾ ਰੀਕਨਸੀਡਰ ਹੁੰਦੇ ਆ। ਜੇ ਕੋਈ ਜਾਇਜ਼ ਕਿਸੇ ਚੀਜ਼ ਤੇ ਆਬਜੈਕਸ਼ਨ ਆਉਂਦਾ ਆ, ਕੋਈ ਸੁਜੈਸ਼ਨ ਆਉਂਦਾ, ਉਹ ਅਮੈਂਡ ਵੀ ਹੁੰਦੇ ਆ। ਤੇ ਜੋ ਡੈਮੋਕ੍ਰੇਸੀ ਮੈਂ ਕੈਬਨਿਟ ਦੇ ਵਿੱਚ ਪਿਛਲੇ 3 ਸਾਲ 'ਚ ਦੇਖੀ ਆ, ਸ਼ਾਇਦ ਹੀ ਪਹਿਲੀਆਂ ਕਿਸੇ ਕੈਬਨਿਟ 'ਚ ਹੁੰਦੀਆਂ ਹੋਣ। ਹਾਈਕਮਾਨ ਨੇ ਕੋਈ ਇੰਟਰਫੇਰੈਂਸ ਨਹੀਂ ਕੀਤਾ ਲੰਬੇ ਸਮੇਂ ਤੋਂ। ਹਾਈਕਮਾਨ ਕੀ ਕਰ ਰਿਹਾ? ਲੋਕ ਇਹ ਵੀ ਕਰ ਰਹੇ ਨੇ ਸਵਾਲ। ਤੁਹਾਡੇ ਕਾਂਗਰਸ ਦੀ ਜੋ ਆਗੂ ਨੇ ਸੀਨੀਅਰ, ਉਹ ਵੀ ਕਹਿ ਰਹੇ ਨੇ ਕਿ ਕਾਂਗਰਸ ਦੇ ਜੋ ਸੀਨੀਅਰ ਆਗੂ ਨੇ ਉਹਨਾਂ ਨੂੰ ਇੰਟਰਵੈਨ ਹੋਣਾ ਚਾਹੀਦਾ ਹੈ ਔਰ ਮਸਲੇ ਨੂੰ ਸੁਲਝਾਉਣਾ ਚਾਹੀਦਾ, ਕਿਉਂਕਿ ਮੁੱਦੇ ਤਾਂ ਹੋਰ ਵੀ ਬਹੁਤ ਸਾਰੇ ਮੁੱਦਿਆਂ ਤੇ ਕੰਮ ਹੋਣ ਵਾਲਾ। ਇਸੇ ਚੀਜ਼ ਦੇ ਵਿੱਚ ਸਰਕਾਰ ਉਲਝ ਕੇ ਰਹਿ ਗਈ ਹੈ। ਵੱਡੀ ਗੱਲ ਇਹ ਆ ਵੀ ਇਸ ਵੇਲੇ ਮਾਹੌਲ ਕੀ ਹੈ। ਇਸ ਵੇਲੇ ਮਾਹੌਲ ਕੋਵਿਡ ਦੇ ਸਰਜ ਕਰਕੇ ਇੰਨਾ ਸਾਰੇ ਪੰਜਾਬ 'ਚ ਨਹੀਂ, ਹਿੰਦੁਸਤਾਨ 'ਚ ਇਹੋ ਜਿਹਾ ਮਾਹੌਲ ਬਣ ਰੱਖਿਆ ਜਿੱਥੇ ਰਿਸਟ੍ਰਿਕਸ਼ਨਾਂ ਲਾਉਣੀਆਂ ਪੈ ਰਹੀਆਂ, ਲੋਕਾਂ ਦੀਆਂ ਜਾਨ ਬਚਾਉਣ ਲਈ ਸਰਕਾਰਾਂ ਨੂੰ ਮਿਹਨਤ ਕਰਨੀ ਪੈ ਰਹੀ ਹੈ, ਕਿਤੇ ਆਕਸੀਜਨ ਦੀ ਕਮੀ ਪੈ ਰਹੀ ਹੈ, ਕਿਤੇ ਵੈਕਸੀਨੇਸ਼ਨ ਪ੍ਰੋਪਰ ਨਹੀਂ ਮਿਲ ਰਹੀ। ਇਸ ਮੌਕੇ ਤੇ ਲੋਕਾਂ ਦੀ ਜਾਨ ਬਚਾਉਣਾ ਸਾਡਾ ਸਭ ਤੋਂ ਪਹਿਲਾ ਫਰਜ਼ ਬਣ ਜਾਂਦਾ ਹੈ। ਤੇ ਇਸੇ ਤਰੀਕੇ ਇਸ ਕੋਵਿਡ ਦੇ ਕਰਕੇ, ਰਿਸਟ੍ਰਿਕਸ਼ਨਸ ਕਰਕੇ, ਮੂਵਮੈਂਟ ਘੱਟ ਹੋਣ ਕਰਕੇ ਹਾਈਕਮਾਂਡ ਦਾ ਦਖਲ ਵੀ ਉਹਨਾਂ ਅੱਜ ਟੈਲੀਫੋਨਾਂ ਤੇ ਵੀਸੀਆਂ ਤੇ ਸਾਰੀ ਸਰਕਾਰ ਚੱਲ ਰਹੀ ਹੈ ਤੇ ਸਾਰੀਆਂ ਡਿਸਕਸ਼ਨਾਂ ਚੱਲ ਰਹੀਆਂ। ਇਹੋ ਜਿਹੀ ਚੀਜ਼ ਵੀਡੀਓ ਕਾਨਫਰੰਸ ਰਾਹੀਂ ਨਹੀਂ ਹੁੰਦੀ ਵੀ ਕੋਈ ਚੀਜ਼ ਤੁਸੀਂ ਬੰਦ ਕਮਰੇ 'ਚ ਕਿਸੇ ਨੂੰ ਸਮਝਾਉਣਾ ਚਾਹੁੰਦੇ ਹੋ, ਕਰਨਾ ਚਾਹੁੰਦੇ ਹੋ। ਇੱਥੇ ਤਾਂ ਹਾਲਾਤ ਇਹੋ ਜਿਹੇ ਬਣ ਗਏ, ਪ੍ਰਾਈਮ ਮਿਨਿਸਟਰ ਦੀ ਮੀਟਿੰਗ 'ਚ ਸੀਐਮ ਸਾਰੀ ਮੀਟਿੰਗ ਨੂੰ ਲਾਈਵ ਕਰ ਦਿੰਦੇ ਆ ਤੇ ਇਹੋ ਜਿਹੇ ਇਸ਼ੂਜ਼ ਨੂੰ ਵੀਡੀਓ ਕਾਨਫਰੰਸਾਂ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ। ਹਾਲਾਤ ਥੋੜੇ ਟਿਕਦੇ ਆ। ਹਾਈਕਮਾਂਡ ਬਕਾਇਦਾ ਤੌਰ ਤੇ ਟੈਲੀਫੋਨਿਕਲੀ ਸਾਰੇ ਲੀਡਰਸ ਨਾਲ, ਸੀਐਮ ਸਾਹਿਬ ਨਾਲ ਇਨ ਟੱਚ ਆ ਔਰ ਪ੍ਰੋਪਰ ਟਾਈਮ ਦੇ ਵਿੱਚ ਉਹਨਾਂ ਦੀ ਇੰਟਰਵੈਂਸ਼ਨ ਹੋ ਰਹੀ ਆ ਔਰ ਇਸ਼ੂਜ਼ ਜਿਹੜੇ ਵਿਦਿਨ ਪਾਰਟੀ ਆ ਉਹ ਐਡਰੈਸ ਹੋ ਜਾਣਗੇ। ਸਾਰੇ ਲੀਡਰ ਸਤਿਕਾਰਯੋਗ ਆ। ਮੈਨੂੰ ਲੱਗਦਾ ਹੈ ਕੈਪਟਨ ਅਮਰਿੰਦਰ ਸਿੰਘ ਜੀ ਜਿੰਨਾ ਸਤਿਕਾਰ ਛੋਟੇ ਤੋਂ ਛੋਟੇ ਵਰਕਰ ਨੂੰ ਵੀ ਦਿੰਦੇ ਆ, ਉਹਨਾਂ ਕਿਸੇ ਲੀਡਰ ਨੇ ਅੱਜ ਤੱਕ ਦਿੱਤਾ ਨਹੀਂ ਹੋਣਾ। ਬੰਦ ਕਮਰੇ ਦੇ ਵਿੱਚ ਮੀਟਿੰਗ ਹੋਊਗੀ, ਉਸ ਤੋਂ ਬਾਅਦ ਮਸਲਾ ਸੌਰਟ ਆਊਟ ਹੋਏਗਾ, ਫੋਨਾਂ ਤੇ ਗੱਲ ਨਹੀਂ ਬਣਨੀ। ਫੋਨਾਂ ਤੇ ਨੈਚੁਰਲੀ ਕੁਝ ਜਦੋਂ ਇਸ਼ੂ ਉੱਠਦੇ ਆ ਉਹਨਾਂ ਨੂੰ ਸੁਣਿਆ ਜਾਏ ਤੇ ਉਹਨਾਂ ਨੂੰ ਐਡਰੈਸ ਕੀਤਾ ਜਾਏ। ਉਹਦੇ ਵਾਸਤੇ ਕੋਈ ਮੀਟਿੰਗਸ ਹੋਣੀਆਂ ਜ਼ਰੂਰੀ ਹੈ। ਅਗਰ ਤੁਸੀਂ ਕਹੋ ਵੀਡੀਓ ਕਾਨਫਰੰਸ ਤੇ ਵੀਡੀਓ ਕਾਨਫਰੰਸ ਤੇ ਗੱਲਾਂ ਹੋਰ ਜ਼ਿਆਦਾ ਵਿਗੜਨ ਦੀ ਉਮੀਦ ਰਹਿੰਦੀ ਹੈ ਕਿ ਕਿਤੇ ਲੀਕੇਜ, ਕਿਤੇ ਇੰਟੈਂਸ਼ਨਲੀ ਲੀਕੇਜ ਹੋ ਜਾਂਦੀ ਹੈ, ਕਿਤੇ ਬੰਦਾ ਚਾਹੁੰਦਾ ਵੀ ਨਹੀਂ ਹੁੰਦਾ, ਗੱਲਾਂ ਬਾਹਰ ਨਿਕਲ ਜਾਂਦੀਆਂ। ਤੇ ਜਦੋਂ ਪਾਰਟੀ 'ਚ ਡਿਸਪਲਿਨ ਇਨਫੋਰਸ ਕਰਨਾ ਹੋਵੇ ਕਿਸੇ ਨਾਲ, ਕਿਸੇ ਵੀ ਤਰੀਕੇ ਨਾਲ, ਹਰ ਤਰੀਕੇ ਗੱਲਬਾਤ ਹੁੰਦੀ ਹੈ ਔਰ ਉਹਨਾਂ ਨੂੰ ਸਮਝਾਇਆ ਬੁਝਾ ਕੇ ਵਾਪਸ ਪਾਰਟੀ ਦਾ ਡਿਸਪਲਿਨ ਚੱਲ ਰਹੀਆਂ ਨੇ ਪਾਰਟੀ ਦੇ ਵਿੱਚ, ਕਾਂਗਰਸ ਸਰਕਾਰ ਦੇ ਵਿੱਚ। ਵਿਰੋਧੀਆਂ ਨੂੰ ਲੱਗਦਾ ਨਹੀਂ ਕਿ ਹੋਰ ਮੌਕਾ ਮਿਲ ਗਿਆ ਅਕਾਲੀ ਦਲ ਜਾਂ ਦੂਸਰੇ ਜਿੰਨੇ ਵੀ ਧੜੇ ਨੇ, ਆਮ ਆਦਮੀ ਪਾਰਟੀ ਵੀ ਹੈ ਔਰ ਲਗਾਤਾਰ ਅਟੈਕ ਕਰਦੇ ਨਜ਼ਰ ਆ ਰਹੇ ਨੇ। ਉਹ ਕਹਿੰਦੇ ਕਿ ਕੀਤਾ ਕੁਝ ਨਹੀਂ, ਇਸੇ ਕਰਕੇ ਹੁਣ ਆਪਦੇ ਵੀ ਬਾਗੀ ਹੋ ਗਏ ਆ। ਇਹਦੇ 'ਚ ਕੋਈ ਦੋ ਰਹਿ ਨਹੀਂ ਵੀ ਜਦੋਂ ਵੀ ਕੋਈ ਚੀਜ਼ ਇਹੋ ਜਿਹੀ ਹੁੰਦੀ ਹੈ ਵਿਰੋਧੀ ਉਹਦੇ 'ਚੋਂ ਮੌਕਾ ਲੱਭਣ ਦੀ ਕੋਸ਼ਿਸ਼ ਕਰਦੇ ਆ, ਪਰ ਸਾਡੀ ਜਿਹੜੀ ਲੀਡਰਸ਼ਿਪ ਹੈ ਵਿਰੋਧੀਆਂ ਨੂੰ ਬਿਲਕੁਲ ਮੌਕਾ ਨਹੀਂ ਦਿੰਦੀ। ਇਹ ਕੁਝ ਗੱਲਾਂ ਜੋ ਪਬਲਿਕਲੀ ਆਈਆਂ ਇਹ ਛੇਤੀ ਤੁਸੀਂ ਦੇਖੋਗੇ ਐਡਰੈਸ ਵੀ ਹੋ ਜਾਣਗੇ ਔਰ ਇਹ ਗੱਲਾਂ ਆਉਣ ਦਾ ਜਿਹੜਾ ਰੀਜ਼ਨ ਹੈ ਪਿਛਲਾ ਇਸ਼ੂ, ਉਹ ਤੁਸੀਂ ਦੇਖੋ ਕਿੰਨੀ ਤੇਜ਼ੀ ਨਾਲ 2-2, 3-3 ਨਵੀਆਂ SITs ਬਣੀਆਂ ਤੇ ਕਿੰਨੀ ਤੇਜ਼ੀ ਨਾਲ ਕੰਮ ਸ਼ੁਰੂ ਹੋ ਗਿਆ। ਔਰ ਮੇਰਾ ਖਿਆਲ ਜੋ ਮੰਤਰੀਆਂ ਦੀ ਔਰ ਪਬਲਿਕ ਦੀ ਡਿਮਾਂਡ ਹੈ ਉਹ ਜਲਦੀ ਪੂਰੀ ਹੋ ਜਾਏਗੀ। ਤੇ ਨਾਲ ਅੱਜ ਦੀ ਤਰੀਕ 'ਚ ਜੋ ਸੀਐਮ ਸਾਹਿਬ ਸਵੇਰ ਤੋਂ ਸ਼ਾਮ ਤੱਕ ਕੋਵਿਡ ਲਈ ਕੰਮ ਕਰ ਰਹੇ ਆ ਪੰਜਾਬ ਔਰ ਉਹਦੀ ਜਨਤਾ ਲਈ, ਕਾਬਲੇ ਤਾਰੀਫ ਹੈ। ਉਹ ਤਾਂ ਇਹੀ ਕਹਿੰਦੇ ਜਾ ਰਹੇ ਆ ਵੀ ਇਸ ਮੌਕੇ ਤੇ ਸਾਰੇ ਮੰਤਰੀਆਂ ਨੂੰ ਪੰਜਾਬ ਦੀ ਜਨਤਾ ਵੱਲ ਧਿਆਨ ਦੇਣਾ ਚਾਹੀਦਾ, ਜਿਹੜੀ ਸਾਡੀ ਪਹਿਲੀ ਪ੍ਰਾਥਮਿਕਤਾ, ਪਹਿਲੀ ਡਿਊਟੀ ਹੈ, ਲੋਕਾਂ ਲਈ ਡਿਊਟੀ ਹੈ।
ਕਿਉਂਕਿ ਬੜਾ ਮਾਹੌਲ ਤੁਸੀਂ ਵੀ ਦੇਖਿਆ ਵੀ ਕਿਹੋ ਜਿਹੇ ਚੈਲੰਜਿੰਗ ਸਰਕਮਸਟੈਂਸਿਸ ਚੋਂ ਆਪਾਂ ਨਿਕਲ ਰਹੇ ਹਾਂ। ਅੱਜ ਪਿੰਡ ਪਿੰਡ ਤਾਈਂ ਕੋਵਿਡ ਦੀ ਮਾਰ ਹੋ ਰਹੀ ਹੈ। ਕੋਸ਼ਿਸ਼ ਇਹ ਹੋ ਰਹੀ ਹੈ, ਕੋਸ਼ਿਸ਼ਾਂ ਸਦਕਾ ਹੀ ਪੰਜਾਬ ਸਰਕਾਰ ਦੇ ਔਰ ਖਾਸ ਤੌਰ ਤੇ ਸੀਐਮ ਸਾਹਿਬ ਦੀ ਬਾਰ-ਬਾਰ ਰਿਵਿਊ ਕਰਨਾ, ਸਿਚੁਏਸ਼ਨ ਨੂੰ ਦੇਖਣਾ, ਉਹਦੇ ਮੁਤਾਬਕ ਨਵੀਆਂ ਐਡਵਾਈਜ਼ਰੀਜ਼ ਦੇਣਾ। ਅੱਜ ਕੋਵਿਡ ਦਾ ਪ੍ਰਕੋਪ ਥੋੜਾ ਘਟਣਾ ਸ਼ੁਰੂ ਹੋਇਆ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਸਭ ਤੋਂ ਪਹਿਲਾਂ ਅਸੀਂ ਆਪਣੇ ਸੂਬੇ ਨੂੰ ਸੰਭਾਲੀਏ, ਸੂਬੇ ਦੀ ਇਨਸਾਨੀਅਤ ਨੂੰ ਸੰਭਾਲੀਏ, ਇੱਥੇ ਦੀਆਂ ਜਾਨਾਂ ਨੂੰ ਸੰਭਾਲੀਏ। ਉਸ ਤੋਂ ਬਾਅਦ ਜਿਹੜੇ ਇਸ਼ੂ ਹੈ ਵੀ ਐਡਰੈਸ ਹੋ ਜਾਣਗੇ। ਕੋਈ ਐਸੀ ਗੱਲ ਨਹੀਂ ਕਿ ਸਰਕਾਰ ਨੇ ਬਹੁਤ ਵਧੀਆ ਪਰਫਾਰਮ ਕੀਤਾ ਔਰ ਜਿੰਨੇ ਤਕਰੀਬਨ ਵਾਅਦੇ ਸੀਗੇ, ਜਿਹੜੇ ਮੈਨੀਫੈਸਟੋ ਦੇ ਵਿੱਚ ਸੀਗੇ, ਉਹ 85% ਤੋਂ ਉੱਤੇ ਪੂਰੇ ਹੋ ਗਏ ਤੇ ਬਾਕੀ ਹੁੰਦੇ ਜਾ ਰਹੇ ਆ। ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਸਾਲ ਬਚਿਆ ਹੈ, ਮੇਰਾ ਖਿਆਲ ਹੈ 100% ਪੋਲ ਪ੍ਰੋਮਿਸਿਸ ਪੂਰੇ ਹੋਣਗੇ। ਲੋਕ ਕੀ ਕਹਿ ਰਹੇ ਨੇ ਸਰ ਕਿ ਅਖੀਰਲੇ ਸਾਲ ਦੇ ਵਿੱਚ ਤਾਂ ਚਲੋ ਘੱਟੋ ਘੱਟ ਕੰਮ ਕਰ ਦੇਣਾ ਚਾਹੀਦਾ ਸੀ, ਭਾਵੇਂ ਬੇਅਦਬੀ ਦਾ ਇਸ਼ੂ ਹੋਵੇ ਜਾਂ ਹੋਰ ਵੀ ਜਿੰਨੇ ਵੀ ਇਸ਼ੂਜ਼ ਨੇ। ਤੁਸੀਂ ਵੀ ਲਗਾਤਾਰ ਕਹਿ ਰਹੇ ਹੋ ਕਿ 85%, ਔਰ ਤੁਸੀਂ ਪਿਛਲੀ ਵਾਰ ਇਹ ਵੀ ਦਾਅਵਾ ਕੀਤਾ ਸੀਗਾ ਕਿ ਅਸੀਂ ਪਿਛਲੇ ਸਾਲ ਨਾਲੋਂ ਇਸ ਵਾਰ ਵੀ ਬਾਰਦਾਨੇ ਦੀ ਵੀ ਕਮੀ ਨਹੀਂ ਆਉਣ ਦਿੱਤੀ, ਵਪਾਰੀਆਂ ਨੂੰ ਕਮੀ ਨਹੀਂ ਆਉਣ ਦਿੱਤੀ। ਉਹ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਰੱਖ ਕੇ ਦੇਖਿਆ ਜਾਵੇ ਤਾਂ ਹੋਰ ਜਿਹੜੇ ਇਸ਼ੂਜ਼ ਨੇ ਸਰਕਾਰ ਨੇ ਜਿਹੜੀਆਂ ਗੱਲਾਂ ਕਹਿ ਕੇ ਸਰਕਾਰ ਆਈ ਸੀ, ਹੁਣ ਨਵਜੋਤ ਸਿੱਧੂ ਵੀ ਇਸੇ ਤੇ ਸਵਾਲ ਚੁੱਕ ਰਹੇ ਨੇ ਕਿ ਜਦੋਂ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਕਿ ਬਾਦਲ ਨਿਕਲਣਗੇ, ਇਸ ਦੇ ਵਿੱਚੋਂ ਬਾਦਲਾਂ ਨੂੰ ਚੁੱਕ ਕੇ ਅੰਦਰ ਦੇਾਂਗੇ, ਉਹਨਾਂ ਤੇ ਕਾਰਵਾਈ ਨਹੀਂ ਹੋਈ। ਇਸੇ ਚੀਜ਼ ਨੂੰ ਲੈ ਕੇ ਲੋਕਾਂ ਦੇ ਵਿੱਚ ਖਾਸ ਤੌਰ ਤੇ ਨਾਰਾਜ਼ਗੀ ਆ। ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਦੇਖਣੀਆਂ ਚਾਹੀਦੀਆਂ ਵੀ ਇੰਨਾ ਇਸ਼ੂਜ਼ 'ਚ ਦੇਰ ਹੋ ਕਿਉਂ ਰਹੀ। CBI ਤੋਂ ਕੇਸ ਵਾਪਸ ਲੈਣਾ, ਇਹ ਵੀ ਸਟੇਟ ਗਵਰਨਮੈਂਟ ਦੀ ਇੱਕ ਉਪਲਬਧੀ ਰਹੀ। ਉਹਨੇ 2-3 ਸਾਲ ਕੇਸ ਉਲਝਾ ਕੇ ਹੀ ਰੱਖਿਆ ਕਿਉਂਕਿ ਭਾਈਵਾਲ ਸਰਕਾਰ ਸੀਗੀ, ਉਹ ਆਣ ਨਹੀਂ ਸੀ ਦੇ ਰਹੇ। ਇਹ ਕੋਰਟਾਂ 'ਚੋਂ ਤੁਸੀਂ ਜਿੱਤ ਕੇ CBI ਤੋਂ ਕੇਸ ਵਾਪਸ ਲੈ ਕੇ ਆਏ ਹੋ ਤੇ ਹੁਣ ਆਉਣ ਵਾਲਾ ਸਫੀਸ਼ੀਐਂਟ ਟਾਈਮ ਹੈਗਾ। ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਕਿਉਂਕਿ CM ਸਾਹਿਬ ਨੇ ਜੋ ਵਾਅਦਾ ਕਰਿਆ ਹੋਇਆ ਤੇ ਅੱਜ ਤਾਈਂ ਦਾ ਇਤਿਹਾਸ ਦੱਸਦਾ, ਉਹ ਜਿਹੜਾ ਵਾਅਦਾ ਕਰਦੇ ਆ ਉਹ ਪੂਰਾ ਕਰਕੇ ਦਿਖਾਉਂਦੇ ਆ। ਆਉਣ ਵਾਲੇ ਦਿਨਾਂ ਚੀਜ਼ਾਂ ਠੀਕ ਹੁੰਦੀਆਂ ਨਜ਼ਰ ਆਉਣਗੀਆਂ, ਭਰੋਸਾ ਹੈ ਤੁਹਾਨੂੰ ਇਸ ਚੀਜ਼ ਦਾ? ਬਿਲਕੁਲ। ਉਹ ਤਾਂ ਜੇ ਹੁਣ ਵੀ ਕੁੰਵਰ ਵਿਜੇ ਪ੍ਰਤਾਪ ਹੋਣਾ ਦੀ SIT ਦੇ ਉੱਤੇ ਵੀ ਜੋ ਸਾਡੇ ਸਤਿਕਾਰਯੋਗ ਹਾਈ ਕੋਰਟ ਦੇ ਫੈਸਲੇ ਆਏ ਨੇ, ਉਹ ਵੀ ਉਹਨਾਂ ਨੇ ਜੋ ਪ੍ਰੇਅਰ ਨਹੀਂ ਸੀ ਉਸ ਤੋਂ ਵੱਧ ਕੇ ਜਾ ਕੇ ਰਿਲੀਫ ਦਿੱਤੇ ਨੇ। ਇਹਦੇ 'ਚ ਕੀ ਕਾਰਨ ਹੈ ਅਸੀਂ ਕਮੈਂਟ ਨਹੀਂ ਕਰ ਸਕਦੇ ਅਦਾਲਤਾਂ ਦੇ ਫੈਸਲਿਆਂ ਤੇ, ਪਰ ਸਾਰੀ ਦੁਨੀਆ ਜਾਣਦੀ ਹੈ ਵੀ ਇਹ ਜਸਟਿਸ ਸਾਹਿਬ ਨੇ ਕਿਸ ਤਰੀਕੇ ਇਹ ਫੈਸਲਾ ਦਿੱਤਾ ਹੈ। ਐਕਸੀਡ ਕਰਕੇ ਜੋ ਮੰਗਿਆ ਗਿਆ ਉਸ ਤੋਂ ਵੀ ਐਕਸੀਡ ਕਰਕੇ ਦਿੱਤਾ ਉਹਨਾਂ ਨੂੰ, ਪਰ ਉਹ ਜਿਹੜੀਆਂ ਕਮੀਆਂ ਰਹਿ ਗਈਆਂ ਸੀ ਉਹ ਦੂਰ, ਨਵੀਆਂ SITs ਬਣ ਗਈਆਂ। ਅਗਲੇ 2-3 ਮਹੀਨਿਆਂ ਦੇ ਵਿੱਚ ਤੁਸੀਂ ਦੇਖੋਗੇ ਸਾਰੀਆਂ ਚੀਜ਼ਾਂ ਠੀਕ ਹੁੰਦੀਆਂ ਨਜ਼ਰ ਆਉਣਗੀਆਂ। ਇੱਕ ਦੋ ਚੀਜ਼ਾਂ ਹੋਰ ਨੇ ਜਿਸ ਹਿਸਾਬ ਦੇ ਨਾਲ ਤੁਹਾਡਾ ਵੀ ਤਜਰਬਾ ਹੈ, ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਚਰਨਜੀਤ ਸਿੰਘ ਚੰਨੀ ਹੋਣਾ ਦਾ ਇਸ਼ੂ ਵੀ ਆ ਗਿਆ। ਕੱਲ ਮਹਿਲਾ ਕਮਿਸ਼ਨ ਨੇ ਅਚਾਨਕ ਹੀ ਉਹ ਕਹਿੰਦੇ ਕਿ ਅਸੀਂ ਸੂ ਮੋਟੋ ਨੋਟਿਸ ਲਿਆ ਸੀ, ਕਿ 3 ਸਾਲਾਂ ਬਾਅਦ ਜਾਗ ਆਈ ਹੈ ਤੁਹਾਨੂੰ, ਤਾਂ ਉਹ ਕਹਿੰਦੇ ਕਿ ਨਹੀਂ ਅਸੀਂ ਤਾਂ, ਸਾਨੂੰ ਤਾਂ ਫੋਨ ਆ ਰਹੇ ਸੀ। ਔਰ ਚਰਨਜੀਤ ਸਿੰਘ ਚੰਨੀ ਦਾ ਇਸ਼ੂ ਵੀ ਰੇਜ਼ ਹੋ ਗਿਆ। ਹੁਣ ਕਿਹਾ ਜਾ ਰਿਹਾ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲ ਰਹੇ ਨੇ ਉਹਨਾਂ ਦੀਆਂ ਫਾਈਲਾਂ ਖੁੱਲ ਰਹੀਆਂ ਨੇ। ਉਸਦੀ ਚਰਨਜੀਤ ਸਿੰਘ ਚੰਨੀ ਹੋਣਾ ਦੀ ਫਾਈਲ ਓਪਨ ਹੋ ਗਈ ਹੈ, ਜੋ ਮਹਿਲਾ ਨੂੰ ਕੋਈ ਮੈਸੇਜ ਭੇਜੇ ਗਏ ਸੀ 3 ਸਾਲ ਪਹਿਲਾਂ ਦਾ ਇਸ਼ੂ ਹੈ। ਚਰਨਜੀਤ ਚੰਨੀ ਹੋਣਾ ਨੇ ਕਦੀ CM ਦੇ ਖਿਲਾਫ ਕੁਝ ਨਹੀਂ ਬੋਲਿਆ। ਇੱਕ ਇਸ਼ੂ ਹੈ ਉਹਦੇ ਤੇ ਗੱਲ ਕੀਤੀ ਹੈ ਤੇ ਉਹ ਕਰਨਾ ਮੇਰਾ ਖਿਆਲ ਵਾਜਬ ਚੀਜ਼ ਹੈ। ਜਿਹੜੀ ਆਹ 2-2.5 ਸਾਲ ਬਾਅਦ ਇਸ਼ੂ ਇੱਕ ਚੱਕਣਾ, ਜਿਹਦੀ ਕਦੀ ਕੰਪਲੇਂਟ ਹੀ ਨਹੀਂ ਹੋਈ, ਕਿਤੇ ਆਇਆ ਹੀ ਨਹੀਂ, ਇੱਕ ਇਹੋ ਜਿਹੀ ਕੰਪਲੇਂਟ ਜਿਹਦਾ ਕਿਤੇ ਜ਼ਿਕਰ ਹੀ ਹੈ ਨਹੀਂ, ਕਿਤੇ ਕੋਈ ਗੱਲਬਾਤ ਹੀ ਹੈ ਨਹੀਂ, ਉਹਦੇ ਬਾਰੇ ਦੁਬਾਰਾ ਕਰਕੇ ਕਿਸੇ ਦੀ ਵਧੀਆ ਜਿਹੜੀ ਇਮੇਜ ਬਣੀ ਹੋਈ ਹੈ ਉਹਨੂੰ ਖਰਾਬ ਕਰਨਾ, ਇਹ ਠੀਕ ਨਹੀਂ ਹੈ। ਮਹਿਲਾ ਕਮਿਸ਼ਨ ਨੇ ਤਾਂ ਇਹ ਕਿਹਾ, ਮਨੀਸ਼ਾ ਗੁਲਾਟੀ ਹੋਣਾ ਨੇ, ਕਿ ਅਸੀਂ ਭੁੱਖ ਹੜਤਾਲ ਤੇ ਬੈਠ ਜਾਾਂਗੇ। ਜਿਹੜਾ ਕਹਿਣਾ ਬਣਦਾ ਨਹੀਂ, ਏਡੇ ਵੱਡੇ ਅਹੁਦੇ ਤੇ ਬੈਠੇ ਬੰਦੇ ਨੂੰ। ਸੋ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਾਡੇ ਨਾਲ ਮੌਜੂਦ ਸਨ। ਭਾਰਤ ਭੂਸ਼ਣ ਆਸ਼ੂ ਹੁਣਾਂ ਨੂੰ ਯਕੀਨ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਮਾਮ ਚੀਜ਼ਾਂ ਠੀਕ ਹੁੰਦੀਆਂ ਨਜ਼ਰ ਆਉਣਗੀਆਂ। ਇਹਨਾਂ ਨੂੰ ਇਸ ਚੀਜ਼ ਦਾ ਵੀ ਭਰੋਸਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਟੈਕਲ ਕਰਦੇ ਹੋਏ ਨਜ਼ਰ ਆਉਣਗੇ। ਦੋਸ਼ੀਆਂ ਨੂੰ ਸਜ਼ਾ ਵੀ ਮਿਲੇਗੀ, ਬੇਅਦਬੀ ਦਾ ਇਸ਼ੂ ਵੀ ਸੋਲਵ ਹੋਏਗਾ, ਇਹ ਗੱਲ ਕਹਿ ਰਹੇ ਨੇ। ਔਰ ਜਿਹੜੇ ਮੈਨੀਫੈਸਟੋ ਦੇ ਵਿੱਚ ਵਾਅਦੇ ਸੀ, ਇਹ ਵੀ ਦਾਅਵਾ ਕਰ ਰਹੇ ਨੇ ਕਿ ਇਸ ਸਾਲ ਦੇ ਅੰਦਰ ਉਹ ਵਾਅਦੇ ਵੀ ਪੂਰੇ ਹੁੰਦੇ ਹੋਏ ਨਜ਼ਰ ਆਉਣਗੇ। ਪਰ ਹੁਣ ਪ੍ਰਾਇੋਰਟੀ ਕਿਹਾ ਜਾ ਰਿਹਾ ਕਿ ਸਰਕਾਰ ਦੀ ਕੋਵਿਡ ਤੋਂ ਲੋਕਾਂ ਨੂੰ ਬਚਾਉਣਾ, ਕਿਉਂਕਿ ਸ਼ਹਿਰਾਂ ਦੇ ਨਾਲ ਹੁਣ ਪਿੰਡਾਂ ਦੇ ਵਿੱਚ ਵੀ ਕੋਵਿਡ ਨੇ ਦਸਤਕ ਦਿੱਤੀ ਹੈ। ਔਰ ਭਾਰਤ ਭੂਸ਼ਣ ਆਸ਼ੂ ਹੁਣੀ ਕਹਿ ਰਹੇ ਨੇ ਕਿ ਸਰਕਾਰ ਪ੍ਰਾਇੋਰਟੀ ਤੇ ਇਸ ਚੀਜ਼ ਨੂੰ ਲੈ ਕੇ ਚੱਲ ਰਹੀ ਹੈ ਕਿ ਲੋਕਾਂ ਨੂੰ ਕਿੱਦਾਂ ਸੇਫ ਕਰਨਾ, ਲੋਕਾਂ ਨੂੰ ਕਿੱਦਾਂ ਬਚਾਉਣਾ, ਤੇ ਨਾਲ ਹੀ ਇਹ ਦਾਅਵਾ ਕਰ ਰਹੇ ਨੇ ਕਿ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ ਦੇ ਵਿੱਚ ਠੀਕ ਹੁੰਦੀਆਂ ਨਜ਼ਰ ਆਉਣਗੀਆਂ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਚੰਡੀਗੜ੍ਹ।